श्री वाहिगुरु साहिब जी। तू मेरो मेर पर्बत स्वामी, ओट गही मैं तेरी। ना तुम डुल हो ना हम गिरते, रख लीनी हर मेरी। अब तब जब कब तू ही, हम तो प्रसाद सुखी सदही। बाणी गुरु गुरु है बाणी, विच बाणी अमृत सारे। गुर बाणी कहै सेवक जन मानै, पर तख गुरु निस्तारे। सो कहो टल गुर सेविया, अहनिस सहज सुभाए। दर्शन परसया गुरु कै, जन्म मरण दुख जाए। होवै सिफत खसाम दी, नूर अरसो कुरसो झटिया। तुद डिठे सच्चे पातशाह, मल जन्म जन्म दी कटिया। सज्जन सच्चा पातशाह, सिर साहांदै साहो। जिस पास बैठिया सोहिया, सबना दा बेसाहो। सतनाम। श्री वाहिगुरु साहिब जी। मारू महला तीजा, जिन आपे मेल बिछोड़ है नाही। गुर कै शब्द सदा सालाही, सबना सिर तू एको साहिब। सब दे नाम सलाहा है, जिन आपे मेल विछोड़ है नाही। गुर कै शब्द सदा सालाही, सबना सिर तू एको साहिब। सब दे नाम सलाहा है, बिन शब्द तुधनो कोई न जानी। तुद आपे कथी अकाथ कहानी। आपे शब्द सदा गुर दाता, हर नाम जप संबाहा है। तू आपे करता सिरजनहारा, तेरा लिखिया कोई न मेटन हारा। गुरमुख नाम देवह तू आपे, सहसा गणत न ताहा है। भगत सच्चे तेरै दरबारे,
ਸਬਦੇ ਸੇਵਨ ਭਾਏ ਪਿਆਰੇ। ਨਾਨਕ ਨਾਮ ਰਤੇ ਬੈਰਾਗੀ। ਨਾਮੇ ਕਾਰਜ ਸੋਹਾਏ। ਭਗਤ ਸੱਚੇ ਤੇਰੇ ਦਰਬਾਰੇ। ਸਬਦੇ ਸੇਵਨ ਭਾਏ ਪਿਆਰੇ। ਨਾਨਕ ਨਾਮ ਰਤੇ ਬੈਰਾਗੀ। ਨਾਮੇ ਕਾਰਜ ਸੋਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਤੇ ਮਾਲਕ। ਬਾਣੀ ਕੇ ਬੋਹਿਥ ਜਾਹਰਾ ਜਹੂਰ ਹਾਜ਼ਰਾ ਹਜੂਰ। ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਆਪ ਜੀ ਵੱਡ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਚਰਨ ਛੋਹ ਧਰਤੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਮਾਰੂ ਸੋਲ੍ਹੇ ਪਾਵਨ ਬਾਣੀ ਦੀ ਵਿਚਾਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਕੱਲ੍ਹ ਵਾਲੀ ਵਿਚਾਰ ਦੇ ਵਿੱਚ ਆਪ ਜੀ ਨੇ 12 ਬੰਦਾਂ ਤੱਕ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਜੀ 13ਵੇਂ ਬੰਦ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਬਿਨ ਸ਼ਬਦ ਤੁਧਨੋ ਜਿਨ ਆਪੇ ਮੇਲ ਵਿਛੋੜ ਹੈ ਨਾਹੀ। ਗੁਰ ਕੈ ਸ਼ਬਦ ਸਦਾ ਸਾਲਾਹੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਦਰਬਾਰ ਸਜਿਆ ਹੋਇਆ। ਸਤਿਗੁਰ ਦੇ ਦਰਬਾਰ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨਤਮਸਤਕ ਹੋ ਰਹੀਆਂ ਹਨ।
ਤੇ ਉਹਨਾਂ ਸੰਗਤਾਂ ਦੇ ਵਿੱਚੋਂ ਜਗਿਆਸੂ ਜਨ ਵੀ ਹਨ, ਜਿਨ੍ਹਾਂ ਦੇ ਅੰਦਰ ਜਗਿਆਸਾ ਭਾਵਨਾ ਪੈਦਾ ਹੋਈ ਹੈ ਕਿ ਅਸੀਂ ਗੁਰੂ ਪਾਤਸ਼ਾਹ ਤੋਂ ਉਪਦੇਸ਼ ਲੈ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਤੇ ਉਹ ਜਿਹੜੇ ਸਿੱਖ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਸਵਾਲ ਕਰਦੇ ਹਨ ਤੇ ਪਾਤਸ਼ਾਹ ਜੀ ਉਹਨਾਂ ਦੇ ਸਵਾਲਾਂ ਦਾ ਉੱਤਰ ਦਿੰਦੇ ਨੇ। ਇੱਕ ਸਿੱਖ ਨੇ ਸਵਾਲ ਕੀਤਾ, ਕਹਿਣ ਲੱਗੇ, ਪਾਤਸ਼ਾਹ ਜਿਹੜੇ ਇੱਕ ਵਾਰੀ ਪਰਮਾਤਮਾ ਨਾਲ ਜੁੜ ਜਾਂਦੇ ਨੇ, ਵਾਹਿਗੁਰੂ ਨਾਲ ਇੱਕਮਿਕ ਹੋ ਜਾਂਦੇ ਨੇ, ਤੇ ਸਤਿਗੁਰੂ ਫਿਰ ਉਹ ਵਿਛੜਦੇ ਵੀ ਹਨ, ਉਹਨਾਂ ਦਾ ਵਿਛੋੜਾ ਵੀ ਪੈਂਦਾ ਹੈ। ਤੇ ਗੁਰੂ ਸਾਹਿਬਾਨ ਜੀ ਫਿਰ ਸਮਝਾਉਂਦੇ ਨੇ, ਕਹਿੰਦੇ ਭਾਈ ਦੁਨਿਆਵੀ ਰਿਸ਼ਤਾ ਹੋਵੇ ਨਾ, ਮਾਤਾ ਪਿਤਾ ਹੈ, ਭੈਣ ਭਰਾ ਹਨ, ਤਾਇਆ ਚਾਚਾ ਹੈ, ਤੇ ਇਸੇ ਤਰ੍ਹਾਂ ਹੀ ਹੋਰ ਮਿੱਤਰ ਸੱਜਣ ਨੇ, ਇਹ ਮਿਲੇ ਨੇ ਤੇ ਇਹ ਵਿਛੜ ਜਾਂਦੇ ਨੇ। ਆਪਸ 'ਚ ਸੰਜੋਗਾਂ ਕਰਕੇ ਮਿਲਾਪ ਹੁੰਦਾ ਹੈ, ਜੋ ਸੰਜੋਗ ਮੁੱਕ ਜਾਂਦੇ ਨੇ ਫਿਰ ਵਿਛੋੜਾ ਪੈ ਜਾਂਦਾ ਹੈ। ਗੁਰਬਾਣੀ ਦਾ ਫਰਮਾਨ ਹੈ ਕਿ ਸੰਜੋਗ ਵਿਜੋਗ ਧੁਰੋ ਹੀ ਹੁਆ, ਪੰਚ ਧਾਤ ਕਾ ਪੁਤਲਾ ਕੀਆ। ਜਿਹੜਾ ਸੰਜੋਗ ਮਿਲਾਪ ਹੋਣਾ, ਫਿਰ ਵਿਛੋੜੇ ਵੇਲੇ ਵਿਜੋਗ ਦੁੱਖ ਹੋਣਾ, ਕਹਿੰਦੇ ਇਹ ਧੁਰੋਂ ਦਰਗਾਹੋਂ ਹੀ ਹੈ। ਪਰਮਾਤਮਾ ਨੇ ਇੱਕ ਪੰਜਾਂ ਤੱਤਾਂ ਦਾ ਇਹ ਪੁਤਲਾ ਸਿਰਜਣਾ ਕੀਤਾ। ਜਿਹੜੇ ਸਾਡੇ ਸਰੀਰ ਨੇ, ਆਪਾਂ ਸਾਰੇ ਪੁਤਲੇ ਹਾਂ। ਤਾਈਓ ਭਗਤ ਕਬੀਰ, ਭਗਤ ਰਵਿਦਾਸ ਸਾਹਿਬਾਨ ਜੀ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਨੇ, ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੈ, ਦੋਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਇਹ ਸੱਚਾਈ ਹੈ। ਜਦੋਂ ਮਨੁੱਖ ਕੁਝ ਪ੍ਰਾਪਤ ਕਰ ਲੈਂਦਾ, ਦਾਤਾਂ ਆਉਂਦੀਆਂ ਪਰਮਾਤਮਾ ਪਾਸੋਂ, ਗੁਰੂ ਸਾਹਿਬਾਨ ਜੀ ਪਾਸੋਂ, ਪਰ ਦਾਤਾਂ ਨੂੰ ਪ੍ਰਾਪਤ ਕਰਕੇ ਜੀਵ ਮਾਣ ਕਰਦਾ, ਅਹੰਕਾਰ ਕਰਦਾ। ਜਦੋਂ ਫਿਰ ਉਹ ਦਾਤਾਂ ਚਲੀਆਂ ਜਾਂਦੀਆਂ, ਫਿਰ ਰੋਵਣ ਲਗਤ ਹੈ। ਕਹਿੰਦੇ ਇਸ ਤਰ੍ਹਾਂ ਰੋਂਦਾ ਏ, ਇਹ ਮਿੱਟੀ ਦਾ ਪੁਤਲਾ, ਇਹ ਖੇਡਾਂ ਖੇਡ ਰਿਹਾ ਹੈ, ਪਰਮਾਤਮਾ ਖਿਡਾ ਰਿਹਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਜੀਵ ਦਾ, ਮਨੁੱਖ ਦਾ ਮਨੁੱਖ ਨਾਲ ਮਿਲਾਪ ਹੋਇਆ, ਜਿਹੜਾ ਇਹ ਮਿਲਾਪ ਹੈ ਇੱਕ ਦਿਨ ਇਹ ਵਿਛੋੜੇ ਵਿੱਚ ਬਦਲ ਜਾਵੇਗਾ, ਵਿਛੜ ਜਾਣਗੇ। ਪਰ ਕਹਿੰਦੇ ਜਿਹੜਾ ਪਰਮੇਸ਼ਰ ਤੇ ਪਰਮੇਸ਼ਰ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਨਾ, ਵਾਹਿਗੁਰੂ ਦੇ ਪਿਆਰੇ, ਜਾਂ ਕਹਿ ਦਈਏ ਗੁਰੂ ਤੇ ਗੁਰੂ ਦੇ ਸਿੱਖ ਦਾ ਮਿਲਾਪ, ਤੇ ਕਹਿੰਦੇ ਫਿਰ ਉਹ ਨਹੀਂ ਵਿਛੜਦਾ। ਸਰੀਰ ਵਿਛੜ ਜਾਂਦੇ ਨੇ, ਪਰ ਆਤਮਿਕ ਤੌਰ 'ਤੇ ਉਹ ਕਦੇ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ ਹੈ। ਇੱਥੇ ਸਤਿਗੁਰੂ ਮਹਾਰਾਜ ਇਹੀ ਵਚਨ ਕਰਦੇ ਨੇ, ਕਹਿੰਦੇ ਭਾਈ ਜਿਨ ਆਪੇ ਮੇਲ ਵਿਛੋੜੈ ਨਾਹੀਂ। ਜਿਨ੍ਹਾਂ ਉੱਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ, ਪ੍ਰਭੂ ਨੂੰ ਤਰਸ ਆਉਂਦਾ ਹੈ, ਜਿਨ੍ਹਾਂ ਨੂੰ ਉਹ ਮਾਲਕ ਆਪਣੇ ਨਾਲ ਮੇਲ ਲੈਂਦਾ ਨਾ, ਫਿਰ ਉਹ ਉਹਨਾਂ ਨੂੰ ਵਿਛੋੜਿਆ ਨਹੀਂ, ਆਪਣੇ ਨਾਲ ਵਿਛੋੜਦਾ ਨਹੀਂ ਹੈ। ਫਿਰ ਉਹ ਨਹੀਂ ਵਿਛੜਦੇ ਕਦੇ ਵੀ। ਉਹ ਗੁਰਮੁਖ ਪਿਆਰੇ ਫਿਰ ਕੀ ਕਰਦੇ ਨੇ? ਕਹਿੰਦੇ ਨੇ ਉਹ ਗੁਰਮੁਖ ਪਿਆਰੇ ਗੁਰ ਕੈ ਸ਼ਬਦ ਸਦਾ ਸਾਲਾਹੀ। ਗੁਰੂ ਦੇ ਸ਼ਬਦ ਨਾਲ ਜੁੜਦੇ ਨੇ, ਸ਼ਬਦ ਦੀ ਵਿਚਾਰਧਾਰਾ ਅਨੁਸਾਰ ਸਦੀਵੀ ਕਾਲੀ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਨ, ਉਹਦੇ ਗੁਣਾਂ ਦਾ ਗਾਇਨ ਕਰਦੇ ਰਹਿੰਦੇ ਹਨ। ਅਤੇ ਇਸ ਤਰ੍ਹਾਂ ਉਸ ਮਾਲਕ ਨੂੰ ਕਦੇ ਵੀ ਉਹ ਵਿਛੋੜਦੇ ਨਹੀਂ ਹਨ, ਕਦੇ ਉਹਨਾਂ ਨੂੰ ਮਾਲਕ ਦਾ ਨਾਮ ਭੁੱਲਦਾ ਨਹੀਂ ਹੈ। ਜਿੰਨਾ ਪ੍ਰੇਮ ਆਪਾਂ ਗੁਰੂ ਸਾਹਿਬਾਨ ਨੂੰ ਕਰਾਂਗੇ, ਪਰਮੇਸ਼ਰ ਨੂੰ ਕਰਾਂਗੇ, ਉਹ ਤੋਂ ਚੌਗੁਣਾ ਪ੍ਰੇਮ ਸਤਿਗੁਰੂ ਜੀ ਫਿਰ ਆਪਣੇ ਸਿੱਖਾਂ ਨੂੰ ਕਰਦੇ ਹਨ। ਜਿੰਨਾ ਅਸੀਂ ਪ੍ਰੇਮ ਕਰੀ, ਜਿੰਨੇ ਆਪਾਂ ਗੁਰੂ ਦੇ ਹੁਕਮ ਦੀ ਪਾਲਣਾ ਕਰ ਲਈਏ। ਦੇਖੋ ਗੁਰੂ ਪਾਤਸ਼ਾਹ ਦਾ ਇੱਕ ਸਿੱਖ ਹੋਇਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਜਿਹਦਾ ਨਾਮ ਹੈ ਭਾਈ ਧੰਨਾ ਜੀ, ਝੰਡਾ ਜੀ, ਭਾਈ ਝੰਡਾ ਜੀ।
ਕੀਰਤਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਪਾਤਸ਼ਾਹ ਅੰਤਮ ਸਮੇਂ ਵਿੱਚ ਬੜੀ ਟਹਿਲ ਸੇਵਾ ਕਰਦਾ। ਸਤਿਗੁਰੂ ਦੀ ਸੇਵਾ ਦੇ ਕੇ ਇੰਨੇ ਪ੍ਰਸੰਨ ਹੋਏ, ਖੁਸ਼ ਹੋ ਗਏ ਤੇ ਗੁਰੂ ਸਾਹਿਬਾਨ ਨੇ ਝੰਡੇ ਨੂੰ ਜਥੇਦਾਰ ਲਾ ਦਿੱਤਾ ਕਿ ਜਿੰਨੇ ਵੀ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਬਣਦਾ, ਭਾਈ ਝੰਡਿਆ ਇਹ ਤੇਰੀ ਜ਼ਿੰਮੇਵਾਰੀ ਹੈ, ਤੂੰ ਜਥੇਦਾਰ ਹੈ, ਤੈਂ ਇਹ ਸਾਰਾ ਸਾਜੋ ਸਮਾਨ ਤੈਂ ਸਾਂਭਣਾ ਹੈ। ਆਈ ਗਈ ਸੰਗਤ ਨੂੰ ਲੰਗਰ ਪਾਣੀ ਛਕਾਣਾ, ਤਿਆਰ ਕਰਕੇ ਦੇਣਾ, ਤੇਰੇ ਅਧੀਨ ਤੈਨੂੰ ਪੁੱਛ ਕੇ ਤੇ ਜਿੰਨੇ ਵੀ ਸਿੱਖ ਸਾਰੇ ਲੰਗਰ ਤਿਆਰ ਕਰਿਆ ਕਰਨਗੇ, ਸਮੱਗਰੀ ਤੈਂ ਦੇਣੀ ਹੈ। ਸਤ ਬਚਨ ਜੀ ਸਿਲਸਿਲਾ ਚੱਲਦਾ ਰਿਹਾ। ਭਾਈ ਝੰਡਾ ਜੀ ਜਿਹੜੇ ਪਰਉਪਕਾਰੀ ਸਨ, ਨਾਮ ਬਾਣੀ ਦਾ ਅਭਿਆਸ ਕਰਨ ਵਾਲੇ, ਹਰ ਸਮੇਂ ਗੁਰੂ ਦੇ ਬਚਨਾਂ ਉੱਤੇ ਪਹਿਰਾ ਦੇਣ ਵਾਲੇ, ਕਹਿੰਦੇ ਇੱਕ ਦਿਨ ਸਮਾਂ ਐਸਾ ਆਇਆ ਕਿ ਗੁਰੂ ਕੇ ਲੰਗਰਾਂ ਦੇ ਵਿੱਚ ਜਿਹੜਾ ਬਾਲਣ ਸੀ, ਬਾਲਣ ਦੀ ਕਮੀ ਮਹਿਸੂਸ ਹੋਣ ਲੱਗੀ। ਬਾਲਣ ਦੀ ਕਮੀ ਮਹਿਸੂਸ ਹੋਣ ਲੱਗੀ ਤੇ ਭਾਈ ਝੰਡੇ ਜੀ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਪਾਤਸ਼ਾਹ ਬਾਕੀ ਤਾਂ ਸਭ ਕੁਝ ਸਹੀ ਹੈ, ਰਸ਼ਤਾਂ ਬਸ਼ਤਾਂ ਸਭ ਕੁਝ ਆ ਰਹੀਆਂ ਨੇ, ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ, ਤੇ ਸਤਿਗੁਰੂ ਜੇ ਥੋੜ੍ਹ ਹੈ ਤਾਂ ਬਾਲਣ ਦੀ ਥੋੜ੍ਹ ਹੈ, ਲੱਕੜਾਂ ਦੀ ਥੋੜ੍ਹ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ, ਭਾਈ ਝੰਡਿਆ ਸੰਗਤਾਂ ਨੂੰ ਜਾ ਕੇ, ਸਿੱਖਾਂ ਨੂੰ ਜਾ ਕੇ ਸਾਡਾ ਹੁਕਮ ਸੁਣਾ ਕਿ ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਗੁਰੂ ਕੇ ਲੰਗਰਾਂ ਵਾਸਤੇ ਬਾਲਣ ਚੁੱਕ ਕੇ ਲਿਆਣਾ ਕਰੋ। ਜਿਹੜਾ ਗੁਰੂ ਕੇ ਲੰਗਰਾਂ ਲਈ ਬਾਲਣ ਇਕੱਠਾ ਕਰਕੇ ਲੈ ਕੇ ਆਵੇਗਾ, ਉਹਦੇ ਉੱਤੇ ਸਾਡੀ ਬਹੁਤ ਜ਼ਿਆਦਾ ਕਿਰਪਾ ਹੋਵੇਗੀ, ਰਹਿਮਤ ਹੋਵੇਗੀ। ਹੁਣ ਇਹ ਗੁਰੂ ਸਾਹਿਬਾਨ ਦੇ ਬਚਨ ਸੀ, ਸਿੱਖਾਂ ਨੇ ਸੁਣਿਆ ਤੇ ਭਾਈ ਝੰਡਾ ਜੀ ਸੁਣ ਰਹੇ ਨੇ। ਉਹਨੂੰ ਆਖਿਆ ਸੀ ਕਿ ਤੁਸੀਂ ਸੰਗਤ ਪਾਸੋਂ ਕਾਰਜ ਕਰਾਉਣਾ ਹੈ, ਤੇ ਮਨ 'ਚ ਵਿਚਾਰ ਆਈ ਕਿ ਮਨਾ, ਤੇ ਗੁਰੂ ਸਾਹਿਬਾਨ ਜੀ ਨੇ ਬਚਨ ਕੀਤਾ ਹੈ ਕਿ ਇਸ ਤਰ੍ਹਾਂ ਬਾਲਣ ਇਕੱਤਰ ਕਰਕੇ ਲੈ ਕੇ ਆਉਣਾ ਹੈ, ਜਿਹੜਾ ਇਸ ਤਰ੍ਹਾਂ ਸੇਵਾ ਕਰੇਗਾ ਉਹਦੇ ਉੱਤੇ ਮੇਰੀ ਵੱਡੀ ਬਖਸ਼ਿਸ਼ ਹੋਵੇਗੀ। ਤੇ ਸਤਿਗੁਰ ਨੇ ਪਹਿਲਾਂ ਹੀ ਮੇਰੇ ਉੱਤੇ ਬਖਸ਼ਿਸ਼ ਕੀਤੀ ਹੋਈ ਹੈ, ਮੈਨੂੰ ਜਥੇਦਾਰ ਬਣਾਉਣਾ ਕੀਤਾ ਹੈ, ਮੁਖੀ ਬਣਾਉਣਾ ਕਿ ਸਿੱਖਾਂ ਵਿੱਚੋਂ, ਤੇ ਮੇਰਾ ਵੀ ਫਰਜ਼ ਬਣਦਾ ਕਿ ਮੈਂ ਵੀ ਸੇਵਾ ਕਰਾਂ, ਜੇ ਸੰਗਤਾਂ ਕਰਨਗੀਆਂ ਮੈਂ ਵੀ ਕਰਾਂ। ਕਹਿੰਦੇ ਨੇ ਉਸ ਦਿਨ ਭਾਈ ਝੰਡਾ ਜੀ ਜੰਗਲ ਵਿੱਚ ਚਲੇ ਗਏ, ਸੁੱਕਾ ਬਾਲਣ ਚੁੱਗ ਚੁੱਕ ਕੇ ਇੱਕ ਥਾਂ 'ਤੇ ਇਕੱਤਰ ਕਰੇ, ਨਾਲੇ ਗੁਰੂ ਗੁਰੂ ਜਪਦੇ, ਮੁੱਖੋਂ ਵਾਹਿਗੁਰੂ ਵਾਹਿਗੁਰੂ ਆਖਦੇ, ਗੁਰੂ ਗੁਰੂ ਇਸ ਤਰ੍ਹਾਂ ਆਖ ਰਹੇ ਨੇ। ਕਹਿੰਦੇ ਬਾਲਣ ਇਕੱਠਾ ਕਰਦੇ ਆ ਨਾ, ਸਾਰਾ ਦਿਨ ਲੰਘ ਗਿਆ, ਕੋਈ ਇਹ ਨਹੀਂ ਯਾਦ ਕਿ ਪਿਛਾਂ ਵੀ ਮੁੜ ਕੇ ਜਾਣਾ ਸਤਿਗੁਰ ਦੇ ਲੰਗਰਾਂ ਦੇ ਵਿੱਚ। ਬਾਲਣ ਇਕੱਤਰ ਕਰਦੇ ਰਹੇ, ਰਾਤ ਆਈ, ਰਾਤ ਵੇਲੇ ਵੀ ਭਾਈ ਝੰਡਾ ਜੀ ਜੰਗਲ ਦੇ ਵਿੱਚ ਹੀ ਰਹੇ, ਰਾਤ ਵੇਲੇ ਵੀ। ਤੇ ਸਵੇਰ ਹੋ ਗਈ, ਸਵੇਰ ਵੇਲੇ ਬਾਲਣ ਦੀਆਂ 2-3 ਪੰਡਾਂ ਬਣਾ ਕੇ ਇਸ ਤਰ੍ਹਾਂ ਆਪਣੇ ਸਿਰ ਉੱਤੇ ਚੁੱਕੀਆਂ ਨੇ, ਸਤਿਗੁਰੂ ਮਹਾਰਾਜ ਦੇ ਦਰਬਾਰ 'ਚ ਪਹੁੰਚ ਗਏ, ਲੰਗਰਾਂ ਵਿੱਚ ਢੇਰ ਲਾ ਦਿੱਤਾ ਲਿਆ ਕੇ। ਤੇ ਗੁਰੂ ਸਾਹਿਬਾਨ ਦੀ ਨਿਗਾਹ ਪੈ ਗਈ, ਜੋ ਸਾਹਮਣੇ ਸੀਸ ਉੱਤੇ ਬਾਲਣ ਰੱਖਿਆ ਹੋਇਆ ਇਕੱਤਰ ਕਰਕੇ ਤੇ ਰੱਸੀਆਂ ਨਾਲ ਬੰਨ੍ਹ ਕੇ, ਤੇ ਸਤਿਗੁਰੂ ਦੇਖਦੇ ਨੇ ਦੂਰੋਂ ਕਿ ਤਾਂ ਭਾਈ ਝੰਡਾ ਜੀ ਆ ਰਹੇ ਨੇ। ਤੇ ਗੁਰੂ ਸਾਹਿਬਾਨ ਨੇ ਫਿਰ ਆਵਾਜ਼ ਮਾਰੀ, ਕਹਿਣ ਲੱਗੇ, ਭਾਈ ਝੰਡਿਆ ਕਿੱਥੋਂ ਆਇਆ ਏ? ਸਤਿਗੁਰੂ ਜੀ ਬਾਲਣ ਲੈ ਕੇ। ਭਾਈ ਝੰਡਿਆ ਤੈਨੂੰ ਥੋੜ੍ਹਾ ਆਪਾਂ ਆਖਣਾ ਕੀਤਾ ਸੀ ਕਿ ਤੂੰ ਸੇਵਾ ਕਰ, ਤੈਨੂੰ ਹੁਕਮ ਇਹ ਕੀਤਾ ਸੀ ਕਿ ਜਾ ਕੇ ਸੰਗਤ ਨੂੰ ਸਾਡਾ ਹੁਕਮ ਸੁਣਾ, ਸੰਗਤ ਸੇਵਾ ਕਰੇਗੀ, ਤੇ ਤੂੰ ਜਾ ਕੇ ਆਪ ਚਲਿਆ ਗਿਆ, ਤੂੰ ਤਾਂ ਜਥੇਦਾਰ ਹੈ। ਤੇ ਅੱਗੋਂ ਗੁਰੂ ਸਾਹਿਬ ਭਾਈ ਝੰਡੇ ਜੀ ਨੇ ਉੱਤਰ ਦੇਣਾ ਕੀਤਾ, ਕਹਿਣ ਲੱਗਿਆ, ਪਾਤਸ਼ਾਹ
ਜੋ ਆਪ ਜੀ ਨੇ ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਇਹ ਲੰਗਰ ਦਾ ਜਥੇਦਾਰ ਬਣਾਉਣਾ ਕੀਤਾ ਹੈ, ਵਡਿਆਈ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਤੁਹਾਡਾ ਧੰਨਵਾਦ। ਪਰ ਮੈਂ ਤਾਂ ਇੰਨਾ ਜਾਣਦਾ ਕਿ ਸੱਚੇ ਪਾਤਸ਼ਾਹ ਆਪ ਜੀ ਮੇਰੇ ਗੁਰੂ ਹੋ ਅਤੇ ਮੈਂ ਆਪ ਜੀ ਦਾ ਸਿੱਖ ਹਾਂ, ਅਤੇ ਆਪ ਜੀ ਦਾ ਮੈਂ ਸਿੱਖ ਹਾਂ, ਅਤੇ ਆਪ ਜੀ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਕਿ ਭਾਈ ਤੁਸੀਂ ਇਹ ਕਾਰਜ ਕਰਨਾ ਹੈ, ਇਹ ਬਾਲਣ ਲੈ ਕੇ ਆਉਣਾ ਹੈ। ਅਤੇ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਵਿੱਚ ਮੈਂ ਵੀ ਆ ਜਾਂਦਾ ਹਾਂ। ਤੁਸੀਂ ਇਹ ਬਚਨ ਕੀਤਾ ਕਿ ਜਿਹੜਾ ਇਹ ਸੇਵਾ ਕਰੇਗਾ ਉਹਦੇ ਉੱਤੇ ਮੇਰੀ ਵੱਧ ਬਖਸ਼ਿਸ਼ ਹੋਵੇਗੀ। ਅਤੇ ਮੈਂ ਮਨ 'ਚ ਵਿਚਾਰ ਕੀਤੀ ਕਿ ਗੁਰੂ ਸਾਹਿਬਾਨ ਮੇਰੇ ਉੱਤੇ ਹੋਰ ਬਖਸ਼ਿਸ਼ ਕਰ ਦੇਣਗੇ। ਅਤੇ ਸਤਿਗੁਰੂ ਮਹਾਰਾਜ ਬੜੇ ਪ੍ਰਸੰਨ ਹੋਏ, ਖੁਸ਼ ਹੋਏ, ਕਹਿਣ ਲੱਗੇ ਭਾਈ ਝੰਡਿਆ, ਇਸੇ ਹੀ ਨਿਮਰਤਾ ਕਰਕੇ ਹੀ ਤੈਨੂੰ ਅਸੀਂ ਇੱਥੋਂ ਦੀ ਸੇਵਾਵਾਂ ਬਖਸ਼ਿਸ਼ ਕੀਤੀਆਂ ਨੇ, ਤੇਰੀ ਸੇਵਾ ਥਾਂ ਪੈ ਗਈ ਹੈ। ਸੋ ਗੁਰੂ ਸਾਹਿਬਾਨ ਰਹਿਮਤਾਂ ਕਰ ਦਿੱਤੇ। ਕਹਿਣ ਦਾ ਭਾਵ ਹੈ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜ ਜਾਂਦਾ ਨਾ, ਉਹ ਸ਼ਬਦ ਨਾਲ ਜੁੜ ਕੇ ਮਨ ਕਰਕੇ ਸਦੀਵੀ ਕਾਲ ਲਈ ਜੁੜਿਆ ਰਹਿੰਦਾ ਹੈ ਅਤੇ ਹਰ ਸਮੇਂ ਉਸ ਮਾਲਕ ਦੀ ਸਤਿਗੁਰ ਦੀ ਸਿਫਤ ਸਲਾਹੀ ਕਰਦਾ ਰਹਿੰਦਾ ਹੈ। ਅਤੇ ਸਤਿਗੁਰੂ ਬਚਨ ਕਰਦੇ ਹਨ ਕਿ ਗੁਰ ਕੈ ਸ਼ਬਦ ਸਦਾ ਸਲਾਹੀ, ਗੁਰੂ ਦੇ ਸ਼ਬਦ ਨਾਲ ਜੁੜ ਕੇ ਸਦੀਵੀ ਕਾਲ ਲਈ ਸਦਾ ਲਈ ਉਸ ਮਾਲਕ ਦੀ ਸਲੋਤਾ ਕਰਦਾ ਹੈ। ਸਭਨਾ ਸਿਰ ਤੂੰ ਏਕੋ ਸਾਹਿਬ, ਸਭ ਦੇ ਨਾਮ ਸਲਾਹਾ ਹੈ। ਅਤੇ ਉਹਨਾਂ ਗੁਰਮੁਖਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ ਕਿ ਸਭਨਾ ਸਿਰ, ਪਰਮਾਤਮਾ ਦੇ ਚਰਨਾਂ 'ਚ ਬੇਨਤੀਆਂ ਕਰਦੇ ਕਿ ਪਰਮਾਤਮਾ ਸਾਰਿਆਂ ਦੇ ਸਿਰ ਉੱਤੇ ਤੂੰ ਇੱਕ ਸਾਹਿਬ ਮਾਲਕ ਹੈ, ਅਤੇ ਤੇਰੇ ਨਾਮ ਨੂੰ ਤੇਰੇ ਪਿਆਰੇ ਜਿਹੜੇ ਨੇ ਉਹ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੀ ਸਲਾਹੁੰਦੇ ਹਨ, ਤੇਰੀ ਵਡਿਆਈ ਕਰਦੇ ਹਨ। ਭਾਵ ਤੇ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਹੈ, ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ ਜਿਹੜਾ ਸੰਸਾਰ ਨੂੰ ਬਣਾ ਰਿਹਾ, ਸੰਸਾਰ ਦੀ ਪਾਲਣਾ ਕਰਦਾ ਹੈ। ਸੰਸਾਰ ਦਾ ਗੁਰੂ ਸਵਾਰਿਓ ਇਸ ਤਰ੍ਹਾਂ ਲੈਤਾ ਵੀ ਕਰਦਾ ਹੈ। ਇਹ ਸਾਰੀ ਖੇਡ ਇੱਕ ਸ਼ਕਤੀ ਦੇ ਕੋਲ ਹੈ। ਉਹ ਸ਼ਕਤੀ ਹੈ ਅਕਾਲ ਪੁਰਖ, ਉਹ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਹਾਂ, ਵੱਖਰੀ ਗੱਲ ਹੈ ਕਿ ਪਰਮਾਤਮਾ ਨੇ ਸਮੇਂ ਸਮੇਂ ਅਨੁਸਾਰ ਆਪਣੇ ਅਵਤਾਰੀ ਪੁਰਖ ਸੰਸਾਰ 'ਚ ਭੇਜੇ ਨੇ, ਉਹਨਾਂ ਨੂੰ ਡਿਊਟੀਆਂ ਸੌਂਪੀਆਂ, ਤੁਸੀਂ ਇਹ ਕਾਰਜ ਕਰਨਾ ਕਰੋ, ਤੁਸੀਂ ਆਹ ਕਰਨਾ ਕਰੋ, ਅਤੇ ਉਹ ਕਾਰਜ ਕਰਕੇ ਚਲੇ ਗਏ। ਪਰ ਉਹਨਾਂ ਉੱਤੇ ਵੀ ਹੁਕਮ ਚੱਲ ਰਿਹਾ ਇੱਕ ਅਕਾਲ ਪੁਰਖ ਵਾਹਿਗੁਰੂ ਦਾ, ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਇਸ ਕਰਕੇ ਗੁਰੂ ਸਾਹਿਬਾਨ ਇੱਥੇ ਬਚਨ ਕਰਦੇ ਹਨ ਕਿ ਸਾਰਿਆਂ ਦੇ ਸਿਰ ਉੱਤੇ ਮਾਲਕ ਤੂੰ ਹੀ ਇੱਕ ਵਰਤ ਰਿਹਾ, ਤੇਰਾ ਹੁਕਮ ਵਰਤ ਰਿਹਾ ਹੈ, ਅਤੇ ਤੇਰੇ ਪਿਆਰੇ ਗੁਰੂ ਦੇ ਸ਼ਬਦ ਰਾਹੀਂ ਤੇਰੀ ਸਿਫਤ ਸਲਾਹ ਨੂੰ ਕਰਦੇ ਹਨ। ਬਿਨ ਸ਼ਬਦ ਤੁਧਨੋ ਕੋਈ ਨਾ ਜਾਣੀ, ਤੁਧ ਆਪੇ ਕਥੀ ਅਕਥ ਕਹਾਣੀ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਨੇ ਹੁਕਮ ਕੀਤਾ, ਕਹਿਣ ਲੱਗੇ ਦੇਖੋ ਭਾਈ, ਇਹ ਸਵਾਲ ਕੀਤਾ ਕਿਸੇ ਨੇ ਕਿ ਪਾਤਸ਼ਾਹ ਗੁਰੂ ਦੇ ਸ਼ਬਦ ਨੂੰ ਤੁਸੀਂ ਆਪ ਜੀ ਕਹਿੰਦੇ ਸ਼ਬਦ ਨਾਲ ਜੁੜੋ, ਸ਼ਬਦ ਨਾਲ ਜੁੜ ਕੇ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ। ਪਰ ਮੇਰੇ ਪਾਤਸ਼ਾਹ ਜੀ ਇਹ ਦੱਸੋ ਕਿ ਸ਼ਬਦ ਤੋਂ ਬਿਨਾਂ ਵੀ ਉਸ ਮਾਲਕ ਦੀ ਆਰਾਧਨਾ ਹੋ ਸਕਦੀ ਹੈ, ਮਾਲਕ ਦੀ ਜਾਣ ਪਹਿਚਾਣ ਹੋ ਸਕਦੀ ਹੈ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਚਨ ਕਰਦੇ ਹਨ, ਕਹਿੰਦੇ ਹੇ ਪਰਮਾਤਮਾ ਬਿਨ ਸ਼ਬਦ ਤੁਧ ਨੂੰ ਕੋਈ ਨਾ ਜਾਣੇ। ਗੁਰੂ ਦੇ ਸ਼ਬਦ ਤੋਂ ਬਿਨਾਂ, ਗੁਰੂ ਦੇ ਉਪਦੇਸ਼ ਤੋਂ ਬਿਨਾਂ ਕੋਈ ਵੀ ਪਰਮੇਸ਼ਰ ਵਾਹਿਗੁਰੂ ਨੂੰ ਜਾਣ ਨਹੀਂ ਸਕਦਾ ਹੈ। ਕਿਉਂਕਿ ਪਰਮੇਸ਼ਰ ਦੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਉਸ ਮਾਲਕ ਦੀ ਉਸਤਤ ਹੈ, ਮਾਲਕ ਦੀ ਵਡਿਆਈ ਹੈ। ਜਿਵੇਂ ਆਪਾਂ ਭੱਟ ਜੀ ਦੇ ਬਚਨ ਪੜ੍ਹਦੇ ਹਾਂ, ਭੱਟ ਜੀ ਨੇ ਗੁਰੂ ਸਾਹਿਬਾਨ ਦੀ ਉਸਤਤ ਕੀਤੀ ਹੈ। ਕਹਿੰਦੇ ਨੇ
भट जी के कंचन भयो शब्द गुर श्रवणै सुनियो। बिखते अमृत होयो नाम सतगुर मुख भणियो। लोहो होयो लाल नदर सतगुर जब धारै। पाहन मान करै विचार गुर केहो विचारै। काठो श्रीखंड सतगुरु कीयो दुख दरिद्र तिन के गए। भट जी दे बच्चन ने कहते देखो ਜਦੋਂ ਗੁਰੂ ਦੀ ਰਹਿਮਤ ਹੁੰਦੀ ਹੈ, ਇਹਨੂੰ ਸ਼ਬਦ ਪੜ੍ਹ ਕੇ ਪਤਾ ਲੱਗ ਰਿਹਾ ਨਾ, ਸ਼ਬਦ ਨੂੰ ਪੜ੍ਹਿਆ ਤੇ ਵਿਚਾਰ ਪਤਾ ਲੱਗ ਗਈ। ਪਹਿਲਾਂ ਕੱਚ ਵਰਗੇ ਕੱਚੇ ਪਿੱਲੇ ਸਨ, ਗੁਰੂ ਦੇ ਸ਼ਬਦ ਤੋਂ ਜੁੜਨ ਤੋਂ ਪਹਿਲਾਂ ਕੱਚੇ ਪਿੱਲੇ ਸੀ, ਪਰ ਗੁਰੂ ਨੇ ਕਿਰਪਾ ਕੀਤੀ ਕੱਚੇ ਪਿੱਲਿਆਂ ਨੂੰ ਕੱਚ ਵਰਗੇ ਨੂੰ ਕੰਚਨ ਭਿਓ। ਕੰਚਨ ਦਾ ਅਰਥ ਸੋਨਾ। सतगुरु ने सोने जैसे बना दे। शुद्ध सोना की है? शुद्ध है, सोने च मिलावट नहीं है। जिहड़ा गुरु के बचनां नूं कमाउंदा ना, गुरु के शब्द नाल जुड़दा है, वो भी कंचन वर्गा सोने वर्गा शुद्ध हो जाता। उहदे अंदर किसी प्रकार की मिलावट नहीं हुंदी है। ईरखा वखीली तो वो रहत हो जाता है। बिखते अमृत होयो नाम सतगुर मुख भणियो। जदों साडा हिरदा अंतःकरण जिहदे अंदर विषय विकार ने, ये विषय विकार की ने? एक जहर दी न्याई है। पर ज्यों ज्यों नाम बाणी का अभ्यास करन लगे, गुरु के शब्द नाल जुड़े, तो शब्द के राही ही जिहड़े ये अंदरले साडे बिख ने, जिहड़े पंज ने, ये अमृत की न्याई हो गए, क्योंकि कंट्रोल विच आ गए, काबू दे विच आ गए, जिहदे करके गुरु सवारे भटकना मुक गई ते मन जिहड़ा केंद्रित हो गया। बिखते अमृत होयो नाम सतगुर मुख भणियो। लोहो होयो लाल नदर सतगुर जब धारै। पहला जीव का हिरदा जिहड़ा सी, जीव जिहड़ा लोहे की न्याई, कठोर हिरदे की न्याई संसार च विचरदा सी, ते लोहे नाल जिहड़ा लाल जिहड़ा है, जिवें खजानिਆਂ ਵਿੱਚੋਂ एक कीमती खजाना मन्निया गया है। कहते जिहदे उत्ते गुरु की नदर हो जाती, मेहर हो जाती है, वो लोहे तो फिर लाल कीमती बन जाता है, कीमती खजाना बन जाता है। काठो श्रीखंड सतगुर कीए दुख दरिद्र तिन के गए। काठ लकड़ कहते जदों गुरु साहबान की रहमत होंदी, किरपा होंदी है, तो गुरु सर आम लकड़ तो फिर वो चंदन की लकड़ जिहड़ी सब तो कीमती मनी गई है। श्रीखंड भाव चंदन की लकड़ की न्याई कहते बन जाती जदों गुरु की किरपा होंदी है। इत्थों तक नाम जपण वालियां दे, बंदगी करन वालियां दे दुख दरिद्र तिन के गए। दुख दलिद्र इत्यादक ये सारे चले जाते ने, खत्म हो जाते ने। हुण गुरु सरे जो आप शब्द पढ़िया, शब्द नूं पढ़ के सानू इहदी विचार पता लगी कि सतगुरु ये कह रहे ने, सतगुरु ये कह रहे ने, परमेश्वर दे बाबत सतगुरु सानू दस रहे ने। तो इस तरह सतगुरु की जिहड़ी बाणी है, शब्द तो बिना गुरु सवारियो हे परमात्मा तुदनो कोई ना जानी, तैन कोई जान नहीं सकता है। देखो होर भी भट जी के बचन आउंदे ने। भट जी कहते ने जदों उस मालक की नदर हुंदी है, किरपा हुंदी है, तो मालक बख्शिश करके फिर जीव दे सारे दुखां तकलीफां नूं दूर कर दिंदा है। सतगुरु जी का फरमान कहते ने अमिया दृष्ट शुभ करै, हरै अग पाप सकल मल, काम क्रोध अर लोभ मोह, वस करै सब बल, सदा सुख मन वसै,
दुख संसार है खोवै, गुर नव नित दरियाओ, जन्म हम कालख धोवै, सो कहो टल गुर सेवियै, अहनिस सहज सुभाए, दर्शन परसै गुरु कै, जन्म मरण दुख जाए। ਭੱਟ ਜੀ ਕਹਿੰਦੇ ਨੇ ਇਸ ਤਰ੍ਹਾਂ ਜਦੋਂ ਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਜਦੋਂ ਗੁਰੂ ਅੰਮ੍ਰਿਤ ਵੀ ਨਿਗਾਹ ਨਾਲ ਤੱਕਦਾ ਆਪਣੇ ਪਿਆਰਿਆਂ ਦੇ ਵੱਲ ਤੇ ਗੁਰੂ ਸ਼ੁਭ ਕਰ ਦਿੰਦਾ ਹੈ। ਹਰੈ ਅਗ ਪਾਪ ਸਕਲ ਮਲ, ਤੇ ਸਾਰੇ ਪਾਪ ਇਤਿਆਦਿਕ ਦੂਰ ਹੋ ਜਾਣ। ਦੇਖੋ ਗੁਰੂ ਅਮਰਦਾਸ ਗੁਰੂ ਅੰਗਦ ਦੇ ਮਹਾਰਾਜ ਦੇ ਦੀਵਾਨ ਸਜਦੇ ਨੇ ਖਡੂਰ ਸਾਹਿਬ ਦੀ ਧਰਤੀ 'ਤੇ। ਇਤਿਹਾਸ ਵਿੱਚ ਇਹ ਲਿਖਿਆ ਹੋਇਆ ਹੈ ਕਿ ਸਤਿਗੁਰੂ ਜੀ ਪਹਿਰ ਰਾਤ ਰਹਿੰਦੀ ਤੋਂ ਜਾਗਦੇ, ਪਹਿਰ ਰਾਤ ਰਹਿੰਦੀ ਤੋਂ ਜਾਗਣਾ, ਇਸ਼ਨਾਨ ਕਰਨਾ, ਚੌਂਕੜਾ ਮਾਰ ਕੇ ਸਮਾਧੀ ਵਿੱਚ ਲੀਨ ਹੋ ਜਾਣਾ। ਜਦੋਂ ਸੂਰਜ ਦੀਆਂ ਕਿਰਨਾਂ ਧਰਤੀ ਉੱਤੇ ਪੈਂਦੀਆਂ, ਦਿਨ ਚੜ੍ਹਦਾ ਹੈ, ਉਦੋਂ ਸਤਿਗੁਰੂ ਸਮਾਧੀ 'ਚੋਂ ਉਥਾਨ ਹੁੰਦੇ ਨੇ। ਸਮਾਧੀ 'ਚੋਂ ਉਥਾਨ ਹੁੰਦੇ, ਫਿਰ ਸਤਿਗੁਰੂ ਮਹਾਰਾਜ ਜੀ ਆਪਣੇ ਅਸਥਾਨ ਤੋਂ ਬਾਹਰ ਨਿਕਲਦੇ। ਜਦੋਂ ਅਸਥਾਨ ਤੋਂ ਬਾਹਰ ਨਿਕਲਦੇ ਨਾ, ਤੇ ਗੁਰੂ ਦੇ ਦਰਬਾਰ ਦੇ ਆਲੇ ਦੁਆਲੇ ਜਿੱਥੋਂ ਸਤਿਗੁਰੂ ਨਿਕਲਣਾ ਹੁੰਦਾ ਹੈ, ਬਾਹਰ ਆਉਣਾ ਹੁੰਦਾ ਹੈ, ਦਰਵਾਜ਼ੇ ਦੇ ਅੱਗੇ ਬਹੁਤ ਸਾਰੇ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ। ਉਹਨਾਂ ਵਿੱਚ ਬਹੁਤ ਤਾਦਾਦ ਦੇ ਵਿੱਚ ਕੋਈ ਲੂਲਾ ਹੈ, ਕੋਈ ਲੰਗੜਾ ਹੈ, ਕੋਈ ਕਿਸ ਰੋਗ ਨਾਲ ਪੀੜਤ ਹੈ, ਕਿਸ ਰੋਗ ਨਾਲ ਪੀੜਤ ਹੈ। ਇਸ ਤਰ੍ਹਾਂ ਉਹ ਦੁਖੀ ਲੋਕ ਸਤਿਗੁਰਾਂ ਦੇ ਸਨਮੁਖ ਆ ਕੇ ਖਲੋਂਦੇ ਨੇ ਤੇ ਸਜਦੇ ਕਰਦੇ ਹਨ। ਤੇ ਮਨ 'ਚ ਇਹ ਭਾਵਨਾ ਹੈ, ਇੱਛਾ ਹੈ ਕਿ ਗੁਰੂ ਸਾਹਿਬਾਨ ਜੀ ਕਿਰਪਾ ਕਰਨਗੇ, ਜਿਹਦੇ ਉੱਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋਵੇਗੀ, ਜਿਹਦੇ ਉੱਤੇ ਗੁਰੂ ਸਾਹਿਬਾਨ ਜੀ ਮਿਹਰ ਭਰੀ ਨਿਗਾਹ ਨਾਲ ਤੱਕਣਗੇ ਤੇ ਉਹਦੇ ਜਿਹੜੇ ਰੋਗ ਨੇ ਉਹ ਦੂਰ ਹੋਣਗੇ। ਕਈਆਂ ਦੇ ਰੋਗ ਦੂਰ ਹੁੰਦੇ ਹਨ। ਹੁਣ ਜਿਹਦੇ ਉੱਤੇ ਸਤਿਗੁਰੂ ਮਹਾਰਾਜ ਦੀ ਰਹਿਮਤ ਹੋ ਜਾਂਦੀ ਹੈ, ਕਿਰਪਾ ਦ੍ਰਿਸ਼ਟੀ ਨੂੰ ਤੱਕਦੇ ਨੇ, ਵੱਡੇ ਵੱਡੇ ਰੋਗੀ ਜਿਹਨੂੰ ਵੈਦ ਹਕੀਮ ਜਵਾਬ ਦੇ ਚੁੱਕੇ ਹੁੰਦੇ ਹਨ ਕਿ ਇਹਦਾ ਕੋਈ ਇਲਾਜ ਨਹੀਂ ਹੈ, ਇਹ ਇਲਾਜ ਹੈ, ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੋ ਸਕਦਾ, ਇਹਦੀ ਸੇਵਾ ਕਰ ਲਓ, ਬਸ ਹੁਣ ਥੋੜ੍ਹੇ ਦਿਨ ਦਾ ਪ੍ਰਾਹੁਣਾ ਹੈ। ਗੁਰੂ ਅੰਗਦ ਦੇ ਮਹਾਰਾਜ ਦੀ ਨਿਗਾਹ ਪੈਣ ਦੇ ਨਾਲ ਤੇ ਗੁਰੂ ਸਵਾਰੇ ਉਹ ਤੰਦਰੁਸਤ ਵੀ ਹੁੰਦਾ ਹੈ ਤੇ ਕਈ ਸਾਲ ਜ਼ਿੰਦਗੀ ਦੇ ਆਪਣੇ ਬਤੀਤ ਕਰਦਾ ਹੈ। ਇਹ ਹੈ ਗੁਰੂ ਦੀ ਦ੍ਰਿਸ਼ਟੀ ਵਿੱਚ ਕੀ ਹੈ? ਅੰਮ੍ਰਿਤ ਹੈ। ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ। ਅੰਮ੍ਰਿਤ ਜਿਹੜਾ ਹੈ ਉਹ ਮੌਤ ਦਾ ਡਰ ਜੀਵ ਦੇ ਅੰਦਰੋਂ ਖਤਮ ਕਰਨ ਵਾਲਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹਿੰਦੇ ਅੰਮ੍ਰਿਤ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਜਿਹਦੇ ਉੱਤੇ ਗੁਰੂ ਦੀ ਮਿਹਰ ਭਰੀ ਨਿਗਾਹ ਪੈ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ, ਫਿਰ ਉਹਦੇ ਸਾਰੇ ਪਾਪ ਜਿਹੜੇ ਨੇ ਮਲ ਖਤਮ ਹੋ ਜਾਂਦੀ, ਵਿਕਾਰਾਂ ਦੀ ਮੈਲ ਮੁੱਕ ਜਾਂਦੀ ਹੈ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਜਿਹੜੇ ਇਹ ਪੰਜ ਨੇ ਗੁਰੂ ਸਵਾਰਿਓ, ਜਿਨ੍ਹਾਂ ਉੱਤੇ ਕਾਬੂ ਕਰਨਾ ਬੜਾ ਔਖਾ ਹੈ। ਦਿਨ ਰਾਤ ਜੀਵ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ, ਪਰਮੇਸ਼ਰ ਦੀ ਰਹਿਮਤ ਤੋਂ ਬਿਨਾਂ ਇਹ ਕਾਬੂ ਨਹੀਂ ਹੋ ਸਕਦੇ ਹਨ। ਕਾਬੂ ਕਰਨ ਤੋਂ ਭਾਵੇਂ ਨਹੀਂ, ਖਤਮ ਕਰਨ ਨਹੀਂ, ਇਹਨਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ, ਬਸ ਵਿੱਚ ਰੱਖਣਾ। ਕਹਿੰਦੇ ਪਰ ਜਿਨ੍ਹਾਂ ਉੱਤੇ ਸਤਿਗੁਰ ਦੀ ਰਹਿਮਤ ਹੁੰਦੀ ਹੈ, ਇਹਨਾਂ ਨੂੰ ਬਸ ਵਿੱਚ ਵਸੀਕਾਰ ਕਰ ਲੈਂਦੇ ਨੇ। ਸਦਾ ਸੁਖ ਮਨ ਵਸੈ ਦੁੱਖ ਸੰਸਾਰੈ ਖੋਵੈ। ਉਸ ਪਿਆਰੇ ਦੇ ਅੰਦਰ ਸਦੀਵੀ ਕਾਲੀ ਸੁੱਖ ਆ ਕੇ ਮਨ 'ਚ ਵਸ ਜਾਂਦਾ ਹੈ ਤੇ ਸੰਸਾਰ ਦੇ ਦੁੱਖ ਸਾਰੇ ਖਤਮ ਹੋ ਜਾਂਦੇ ਨੇ ਤੇ
टल भट्ट जी बचन करदे, सो कहो टल गुर सेवियै, अहनस सहज सुभाए, दर्शन परसिया गुरु कै, जन्म मरण दुख जाए। कहते ने मैं टल कवि जी लिखते हैं, कहते इस तरह मैं उस मालक नूं सतगुर नूं सेवदा हाँ, चेते करदा कदों, अहनस दिन रात सुते सिद्ध ही, हर समय हर पल जिहदी सेवा करके बख्शिश हुंदी है। कहते दर्शन परसिया गुरु कै, जन्म मरण दुख जाए। गुरु दे दर्शन करन दे नाल, गुरु दे चरण स्पर्श करन दे नाल जिहड़े साडे जम्मण मरण दे दुख ने ये सारे दूर हो जाते हैं। इस करके गुरु सवारियो जदों तक शब्द नाल नहीं जुड़ते, शब्द की विचार धारा अपने जीवन में बतीत नहीं करते, तो शब्द तो बिना असीं परमेश्वर की पहचान नहीं कर सकते हैं, परमेश्वर नूं प्राप्त नहीं कर सकते हैं। तो पातशाह इत्थे बचन करते हैं, कहते शब्द है बिन शब्द है तुध न कोई न जाने। गुरु के शब्द तो बिना, उपदेश तो बिना हे परमेश्वर तैन कोई नहीं जान सकता। तुद आपे कथी अकथ कहानी। अकथ कहानी की है? जिहड़ा कथया ना जा सके, जिहड़ा कहण कथन तो परे है। ते परमात्मा अकथ है, कहण कथन तो परे है, उहदे वा दस्सिया नहीं जा सकता है। तो अपने बाबत वो अपनी जान पहचान आप ही करवा सकता है। जान पहचान परमात्मा अपनी आप ही जिहदे उत्ते बख्शिश उहनूं करा सकता है, पर उहदे बाबत कथन करके दस्सिया नहीं जा सकता है। ईरान का एक संत सूफी संत होया हाफिज, जदों वो स्टेज उत्ते बैठ के लोकां नाल वार्तालाप करदा, परमेश्वर की अकथ कथा दुनिया के लोगों नूं सुणाउंदा है। सुबह भी बोलदा, शाम भी बोलदा, हज़ारां दी तादाद विच लोग आके सुणदे ने, ते बड़ा मान सन्मान मिलदा, वडियाई मिलदी है। इहदा एक मित्र सी जिहदा नाम है इब्राहिम। इन्हें एक दिन अपने मित्र नूं सवाल कर लिया कि जिहड़ा खुदा ला मुकाम है, ला महदूद है, उस खुदा की प्राप्ति किमें हो सकती है? ला शरीक जिहड़ा है उहदी प्राप्ति दसो किमें हो सकती है? ते हाफिज चुप कर जांदा, बड़ा हैरान हुंदा कि मैं सवाल करदा, दुनिया दे लोग सवाल करदे, कल्ले कल्ले व्यक्ति नूं ये उत्तर दिंदा है, पर जदों मेरी वारी आउंदी है मैं सवाल करदा ते मेरे सवाल देण वेले ये चुप कर जांदा है। चलो कुछ समा लंघिया, कुछ दिनां बाद फिर इन्हें आखिया, समा पा के फिर पुछिया कि जो खुदा ला मुकाम है, ला शरीक है, वो खुदा की प्राप्ति किमें हुंदी है? ते ये फिर चुप कर गया। जदों चुप कर गया, एक दिन फिर गुस्से विच आ गया। सवाल करन वाला जिहड़ा कहन लगिया कि देखो, एक दिन गुस्से विच आके कहन लगा, देख तू मेरा मित्र है हाफिज, जिथे तू संत मते वाला संत है, भजनीक पुरुष है, उत्थे तू मेरा मित्र है। मैं देखदा मेरे सामने तैनू हज़ारां लोग सवाल करते, हज़ारां सुनते ने, जिहड़ा तेरे पासों तैनू सवाल करदा है, तू उन्हां दे सवालां दा उत्तर दिंदा है।
पर जदों मैं सवाल करदा ते मेरे सवाल दा तो उत्तर नहीं दिंदा। सूफी संत हाफिज कहन लग्या, मैं तेरे सवाल का उत्तर दिंदा हाँ। जब तू सवाल करदा ना, मैं उत्तर दिंदा हाँ। कहन लग्या, हद हो गई, इन्नी बारी मैं सवाल कर लिया, तू कह रहा उत्तर दिंदा हाँ। कहन लगे, चल हुण सवाल कर फिर। उन्हें फिर पुछया, जो खुदा ला मुकाम है, ला शरीक है, ला महदूद है, उस खुदा की प्राप्ति किवें हुंदी है? कहते हाफिज फिर चुप कर गया। कहन लग्या, हुण मेरे सवाल का उत्तर दे। तू कहंदा मैं तेरे सवाल का उत्तर दिंदा हाँ, पर तैनूं हुण मैं सवाल फिर कीता, तू फिर चुप कर गया, मेरे सवाल का उत्तर दिता नहीं है। कहन लगा, इब्राहिम तू मेरा मित्र है, तू समझिया नहीं हाले तक। तैं सवाल किया ना, जिहड़ा खुदा ला मुकाम है, ला शरीक है, ला महदूद है, उस खुदा नूं प्राप्त किवें कीता जा सकदा है? कहंदा उहदा उत्तर यही है कि अकथ की दुनिया विच पहुँच जाइए तो उस मालक नूं प्राप्त किया जा सकता है। अकथ जो कथन नहीं किया जा सकता है, उहदे बाद दस्सिया नहीं जा सकता है। जदों इस तरह की अवस्था बन गई तो उदों फिर खुदा नाल मिलाप हो जाता, जीव खुदा नाल एक मिक हो जाता है। संत सिंह मस्कीन जी ने, पंथ रतन जी, उन्होंने ये गाथा सुनाना की है, उन्होंने लिखत है। सो गुरु सवारियो, जदों अकथ परमेश्वर के गुणां का कथन करिए, उहदी उस्तत करते जाइए, वडियाई करते जाइए, फिर एक दिन जीव अकथ का रूप बन जाता है। वो कहन कथन तो परे हुंदा ते उहदे बाबत फिर जीव चुप करन दस नहीं सकता कि परमात्मा किहो जिहा है, बयान नहीं किया जा सकता है। तो गुरु साहबान इत्थे बचन करते हैं, कहते भाई वो वाहिगुरू जिहड़ा है उहदे बाबत कहते कोई नहीं जान सकता गुरु के शब्द तो बिना। हे परमात्मा तुद आपे कथी, तू आपे कथन वाला। अकथ कहानी जिहड़ी तेरी अकथ कहानी कथा ना, कहण कथन तो परे, तू आप ही कथन वाला है। आपे शब्द सदा गुरदाता, हर नाम जप संभाहे। कहते परमेश्वर आप ही शब्द है, ब्रह्म है, आप ही कहते गुरु द गुरु है, ते आप ही दाता सਦੀवी का रहने वाला। ऐसे परमेश्वर का कहते नाम जप किवें जपना? कहते हर नाम जप संभाहा है। अपनी रसना दे नाल नाम जपना कर, उस मालक की सिफ सलाह कर, इस तरह इसके नाम की संभाल करना कर। तू आपे करता सिरजनहारा, तेरा लिखिया कोई न मेटन हारा। अगले बंद विच पातशाह बख्शिश करते ने, कहते हे परमात्मा तू आप करता है, करन वाला है, सारे संसार नूं सिरजण वाला। तू संसार बनाउंदा, तू संसार की पालना करदा, तू ही फिर लैता करदा है। तू मालक है सारियां दा, तेरा लिखिया कोई ना मेटन हारा। परमात्मा जी जो तुसां ने लिख दिता ना, उन्हों कोई इहो जी ताकत नहीं है जिहड़ा मेट सके, कोई नहीं मेट सकता। गुरु सवारियो परमेश्वर जिहड़ा है सब सर्व है, सर्व शक्तिमान है। आपां
संसार विच आए हैं, जो जो साडे कर्मां विच मालक ने लिख दिता है वो कर्म सानू भोगने पैणगे। कोई ये नहीं आख सकता कि मैं कर्म नहीं भोगां। कर्म असल दा खेत है। हाँ, कई बार जो मनुख नूं दुख आउंदे ने ना, तो दुख वेले मनुख रब नूं उलांभे दिंदा कि रब ने मेरे नाल चंगा नहीं कीता। रब तां चंगा ही करदा, पर गल की है कि अपने साडे कर्म ने, असीं कर्म भोग रहे हैं। धृतराष्ट्र ने रोस कीता सी महाभारत वेले, जदों कैरवां ते पांडवां दा युद्ध होया। 100 पुत्र मैदाने जंग च कैरवां दा मारिया गया, ते धृतराष्ट्र श्री कृष्ण नूं सवाल करदा, कहण लग्या मेरे नाल रब ने चंगा नहीं कीता। जे मैं अपने पिछले जन्मां दी गल करां, मेरा इन्नी मेरी तपस्या है कि मैनूं 100 सालां दा ज्ञान है कि किहड़े किहड़े कर्म मैं पिछले 100 जन्म धारण कीते, किहड़े किहड़े कीते ने। पर जिहड़े मेरे नेत्रां दे सामने मेरे पुत्र चढ़ाई करके पुत्रां दी मौत हो गई, मैं अखां तो मनाखा हाँ, ये समझ नहीं आए ये मैनूं सज़ा क्यों मिली है। श्री कृष्ण जी कहण लगे, धृतराष्ट्र तेरी जिहड़ी पहुँच है ना, वो 100 जन्मां तक है। 108वां जन्म देख सुरती जगाई। कहण लगे 108वें जन्म दे विच तू राजा सी। बचपन दे विच पहलां बालपन अवस्था विच तू खेडदा सी। आको ते टिड्डे बैठे ने, कंडियां दे नाल तैं उन्हां टिड्डियां दीयां अखां घबन्नियां, उन्हां नूं अन्ने कीता, जिस करके तेरियां अज अखां अन्नियां ने। तू मनाखा है। तेरे 100 पुत्र तां मरे, बड़ा हो के तू राजा बनिया। राजे महाराज जिहड़े मासाहारी हुंदे ने, मीट दे शिकार हुंदे ने, शौकीन हुंदे हन। ते तैं तेरे जिहड़ा तेरा सूपकार सी, मीर शिकारी सी, एक दिन बरखा लगी हुई है, बाहर वो मास लैण वास्ते नहीं गया। तेरे महलों विच हंस ते हंसणी उहदे बच्चे रहिंदे सन। उन्हें एक बच्चा चुकिया ते वो मास बना के तेरे अगे रख दिता। तैनूं लग्या स्वाद, तू कहण लग्या नेता प्रति मैनूं इहो जिहा मास तैयार करके देना कर। जो हंस ते हंसणी मान सरोवर तो वापस आए, देखिया कि 100 दे 100 पुत्र बच्चे साडे खत्म होए ने। तो उन्होंने श्राप देना कीता कि जिन्हें साडे 100 बच्चे मारना कीते ना, कि परमात्मा उहदे भी 100 बच्चे मारना। ते कहण लग्या कि मैनू फिर सज़ा पहलां क्यों नहीं मिली है। अगला सवाल किया, ठीक है मनदा कि नेत्रां तो मनाखा होया, 108वें जन्म च मैं गलती की है, तो इस तरह ही मेरे पुत्र मारे गए, मैं हंस दे बच्चे मार के खाना कीते, ये सज़ा मिली है। तो सज़ा मैनू पहलां क्यों नहीं मिली, 100 सालां बाद मिली है, ये क्यों मिली है। श्री कृष्ण जी कहन लगे, तेरी भजन बंदगी इन्नी सी, पुन दान इन्ने सन, पर ज्यों ज्यों तेरे पुन दान घटते गए, त्यों त्यों फिर ये जिहड़ी सज़ा सी ये मुनकर हुई सी, मिलनी जरूर सी। कहते वो जन्मां दी सज़ा तैनूं हुण मिली है, जिस करके ते भोग रहा है। परमात्मा नूं दोष ना देना कर, ये तेरे अपने कीते हुए कर्म हन। सो कहण दा भाव है कि दुख ते सुख जीवन दे जीवन काल विच मनुख नूं आउंदे हन, ते अपने नहीं बीजे होए, रब ने नहीं बीजे, मनुख ने बीजना कीते ने।
ते उस कीते हुए जिहड़े करताब परमात्मा नूं जो लिख दिता कि आ तैं कर्म कीता तैनूं भोगना पवेगा, तो वो गुरु सर नूं कोई मेट नहीं सकता जिन्नी मर्जी कोई कोशिश कर लवे। कहते तेरा लिखिया कोई न मेटण हारा। परमात्मा तेरा जो लिख दिता ना, उन्होंने कोई इहो जी ताकत नहीं है कोई मेट सके, कोई मेटण वाला नहीं है। गुरमुख नाम देव है तू आपे, सहसा गणत न ताहा है। हे परमात्मा, ਜਿਹੜੇ गुरमुख जन ਹਨ, गुरु ਦੇ सन्मुख ਰਹਿਣ ਵਾਲੇ ਨੇ, ਉਹਨਾਂ ਨੂੰ ਤੂੰ ਆਪ ਹੀ ਨਾਮ ਦੀ ਦਾਤ ਦਿੰਦਾ ਹੈ। ਉਹ ਤੇਰਾ ਨਾਮ ਜਪਦੇ ਨੇ। ਫਿਰ ਸਹਿਸਾ ਗਣਤ ਨਾ ਤਾਹਾ ਹੈ, ਜਦੋਂ ਤੂੰ ਨਾਮ ਦੀ ਬਖਸ਼ਿਸ਼ ਕਰਦਾ, ਵਡਿਆਈ ਦਿੰਦਾ ਹੈ, ਉਦੋਂ ਤੂੰ ਜੀਵ ਦੇ ਕੀਤੇ ਹੋਏ ਜਿਹੜੇ ਆਜੀਵਨ ਕਾਲ 'ਚ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਕੀਤੀਆਂ ਨੇ, ਉਹਨਾਂ ਦੀ ਗਿਣਤੀ ਮਿਣਤੀ ਨਹੀਂ ਕਰਦਾ। ਹਜ਼ਾਰਾਂ ਦੀ ਤਾਦਾਦ ਵਿੱਚ ਜੀਵਨ ਕਾਲ 'ਚ ਵਿਚਰਦੇ ਆ। ਮਨੁੱਖ ਪਾਸੋਂ ਗਲਤੀਆਂ ਹੁੰਦੀਆਂ ਨੇ, ਕਹਿੰਦੇ ਉਦੋਂ ਗੁਣ ਔਗੁਣਾਂ ਦੀ ਵਿਚਾਰ ਨਹੀਂ ਕਰਦਾ, ਉਦੋਂ ਤਾਂ ਪਰਮੇਸ਼ਰ ਕਹਿੰਦੇ ਬਖਸ਼ਾਂ ਕਰਦਾ ਹੈ, ਨਾਮ ਦੀਆਂ ਦਾਤਾਂ ਦੇ ਕੇ ਝੋਲੀਆਂ ਭਰ ਦਿੰਦਾ ਹੈ। ਭਗਤ ਸੱਚੇ ਤੇਰੇ ਦਰਬਾਰੇ, ਸਭ ਦੇ ਸੇਵਨ ਭਾਏ ਪਿਆਰੇ। ਸਤਿਗੁਰੂ ਮਹਾਰਾਜ ਅਖੀਰਲੇ ਬੰਦ 'ਚ ਬਖਸ਼ਿਸ਼ ਕਰਦੇ ਹਨ। ਜਿਹੜੇ ਪਰਮੇਸ਼ਰ ਦੇ ਪਿਆਰੇ ਭਗਤ ਹਨ, ਪ੍ਰੇਮਾ ਭਗਤੀ ਕਰਨ ਵਾਲੇ, ਉਹ ਸੱਚੇ ਨੇ। ਉਹ ਕਿੱਥੋਂ ਤੱਕ ਪਹੁੰਚਦੇ ਨੇ? ਕਹਿੰਦੇ ਤੇਰੇ ਦਰਬਾਰੇ, ਤੇਰੇ ਦਰਬਾਰ ਤੱਕ ਉਹਨਾਂ ਦੀ ਪਹੁੰਚ ਹੋ ਜਾਂਦੀ ਹੈ। ਭਾਵ ਤੇਰੇ ਦਰ 'ਤੇ ਉਹ ਪ੍ਰਵਾਨ ਹੁੰਦੇ ਨੇ, ਉਹਨਾਂ ਦਾ ਸੰਸਾਰ ਵਿੱਚ ਆਇਆ ਸਫਲਾ ਹੁੰਦਾ ਹੈ। ਸ਼ਬਦ ਦੇ ਸੇਵਨ, ਗੁਰੂ ਦੇ ਸ਼ਬਦ ਨੂੰ ਉਹ ਸੇਵਦੇ ਨੇ। ਕਿਵੇਂ ਸੇਵਦੇ ਨੇ? ਭਾਏ ਪ੍ਰੇਮ ਦੇ ਸਹਿਤ, ਪਿਆਰੇ ਨੂੰ ਯਾਦ ਕਰਦੇ ਹਨ। ਇਸ ਤਰ੍ਹਾਂ ਸ਼ਬਦ ਨਾਲ ਜੁੜ ਕੇ ਹੀ ਉਸ ਮਾਲਕ ਨੂੰ ਪ੍ਰਾਪਤ ਕਰ ਲੈਂਦੇ ਹਨ। ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾ ਹੈ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਹੜੇ ਨਾਮ ਵਿੱਚ ਰਤੇ ਤਦਾਕਾਰ ਹਨ, ਅਸਲ ਵਿੱਚ ਉਹ ਬੈਰਾਗੀ, ਉਹ ਤਿਆਗੀ ਹਨ। ਇਹ ਨਾਮ ਹੀ ਇੱਕ ਐਸਾ ਹੈ ਜਿਸ ਜਿਹੜੇ ਨਾਮ ਜੁੜ ਜਾਂਦੇ ਨੇ, ਉਹਨਾਂ ਦੇ ਨਾਮੇ ਕਾਰਜ ਸੋਹਾ ਹੈ, ਉਹਨਾਂ ਦੇ ਸਾਰੇ ਕਾਰਜ ਸਫਲ ਹੁੰਦੇ ਹਨ। ਉਹ ਮਾਲਕ ਵਾਹਿਗੁਰੂ ਦੇ ਦਰ 'ਤੇ ਸੋਭਨੀਕ ਹੁੰਦੇ ਹਨ, ਉਹ ਪ੍ਰਵਾਨ ਹੋ ਜਾਂਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ